करता पुरख निर्भौ निर्वैर अकाल मूरत अजूनी सैभं गुरु प्रसाद। सोई सुनंदड़ी मेरा तन मन मौला, नाम जपंदड़ी लाली पंद जुलंदड़ी मेरा अंदर ठंडा, गुर दर्शन देख निहाली। सतनाम वाहिगुरु साहिब जियो, सूही महला चौथा। हर चौथड़ी लाव मन सहज पया, हर पाया बलराम जियो। हर चौथड़ी लाव मन सहज पया, हर पाया बलराम जियो। गुरमुख मिलया सुभाए, हर मन तन मीठा लाया बलराम जियो। हर मीठा लाया मेरे प्रभ भाया, अनदिन हर लिव लाई। मन चिंदिया फल पाया स्वामी, हर नाम वजी वाधाई। हर प्रभ ठाकुर काज रचाया, तन हृदय नाम विगासी। जन नानक बोले चौथी लावे, हर पाया प्रभ अविनाशी। हर प्रभ ठाकुर काज रचाया, तन हृदय नाम विगासी। जन नानक बोले चौथी लावे, हर पाया प्रभ अविनाशी। वाहिगुरु जी का खालसा, वाहिगुरु जी की फतेह। जुगो जुग अटल तन तन गुरु ग्रंथ साहिब जी, गुरु पातशाह दे हजूर हाजरीन सत्संगत जीओ। महाराज जी दी अपार मेहरामत, शाम समय ਅਸੀਂ सत्संगत ਦਾ ਸਮਾਂ ਮਾਣ ਰਹੇ ਹਾਂ। ਭਾਵੇਂ ਕਿ ਮੋਸਟਲੀ ਸਾਡੀ ਸੰਗਤ ਵਰਚੁਅਲ ਆ, ਕੁਝ ਸਰੀਰ ਨਤਮਸਤਕ ਹੋਣ ਲਈ ਆਉਂਦੇ ਨੇ, ਜਿੰਨੇ ਅਲਾਓ ਕੀਤੇ ਜਾਂਦੇ ਨੇ ਉਹਦੇ ਮੁਤਾਬਕ ਆਪ ਨਤਮਸਤਕ ਹੋਣ ਲਈ ਆ ਸਕਦੇ ਹੋ। ਵਾਹਿਗੁਰੂ ਕਰੇ ਜਿਵੇਂ ਓਨਟਾਰੀਓ ਦੇ ਵਿੱਚ ਦੁਬਾਰਾ ਰੀਓਪਨਿੰਗ ਹੋ ਰਹੀ ਹੈ, ਅਜੇ ਸਾਡਾ ਏਰੀਆ ਤਾਂ ਨਹੀਂ ਆ ਰਿਹਾ ਉਹਦੇ ਵਿੱਚ, ਬਟ ਆਸ ਕਰਦੇ ਹਾਂ ਸੂਨ ਅਸੀਂ ਉਹਦੇ ਵਿੱਚ ਹੋਈਏ। ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਭਾਵੇਂ ਘਰਾਂ ਥਾਵਾਂ ਤੋਂ ਟੀਵੀ ਰਾਹੀਂ ਜਾਂ ਹੋਰ ਸੋਸ਼ਲ ਮੀਡੀਆ ਦੇ ਸੋਰਸਿਸ ਰਾਹੀਂ ਆਪ ਗੁਰਬਾਣੀ ਦੀ ਆਭਾ ਨੂੰ ਮਾਣ ਪਾ ਰਹੇ ਹੋ, ਇਹ ਵੀ ਵਡਭਾਗਤਾ ਹੈ। ਇਹ ਸਮਾਂ ਗੁਰਬਾਣੀ ਵਿਆਖਿਆ ਦਾ ਹੁੰਦਾ, ਜਿਸ ਵਿੱਚ ਸੂਹੀ ਰਾਗ ਦੇ ਛੰਤਾਂ ਦੀ ਵਿਚਾਰ ਹੁੰਦੀ ਹੈ। ਮੁਸਲਸਲ ਮਤਲਬ ਇੱਕ ਕੌਂਟੀਨਮ ਦੇ ਵਿੱਚ ਸ਼ਬਦਾਂ ਦੀ ਵਿਚਾਰ ਕਰਦੇ ਹਾਂ। ਅਸੀਂ ਲਾਵਾਂ ਦੇ ਪਾਠ ਨੂੰ ਵਿਚਾਰ ਰਹੇ ਹਾਂ, ਜੋ ਕਿ ਪਾਵਨ ਜੋ ਪੇਜ ਬਣਦਾ ਆ ਉਹ 773 ਐਂਡ 774। ਇਹ ਸਮੁੱਚੇ ਛੰਦ ਦੀ ਵਿਚਾਰ ਆਲਮੋਸਟ ਹੋ ਗਈ ਹੈ। ਲਾਸਟ ਪਦੇ ਨੂੰ ਅਸੀਂ ਵਿਚਾਰ ਰਹੇ ਸੀ ਬੀਤੇ ਕੱਲ।
ਸਮੇਂ ਦੀ ਸੀਮਤਤਾ ਕਰਕੇ ਦਰਮਿਆਨ ਸਾਨੂੰ ਪੌਜ਼ ਲੈਣਾ ਪਿਆ। ਅੱਜ ਯਤਨ ਹੋਏਗਾ ਇਸ ਚੌਥੀ ਲਾਮ ਦੇ ਪਾਠ ਦੇ ਨਾਲ ਅਸੀਂ ਇਸ ਵਿਚਾਰ ਨੂੰ ਮੁਕੰਮਲ ਕਰ ਦਈਏ। ਗੁਰਦੇਵ ਜੋ ਜ਼ਿਕਰ ਕਰ ਰਹੇ ਸੀ, ਪਹਿਲੀ ਲਾਮ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ। ਬਲਰਾਮ ਜੀ ਪ੍ਰਵਿਰਤੀ ਕਰਮ ਦੀ ਗੱਲ ਹੋਈ। ਉਸ ਕਰਮ ਦੇ ਵਿੱਚ ਗੁਰੂ ਬਾਬਾ ਜੀ ਨੇ ਧਰਮ ਦ੍ਰਿੜੋ ਹਰ ਨਾਮ ਤੇ ਆਵੋ, ਸਿਮਰਿਤ ਨਾਮ ਦ੍ਰਿੜਾਇਆ, ਸਤਿਗੁਰੂ ਗੁਰਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ। ਉਹਦੇ ਉੱਤੇ ਜ਼ਿਆਦਾ ਐਮਫਸਾਈਜ਼ ਕੀਤਾ। ਧਰਮ ਦ੍ਰਿੜਨਾ ਆ, ਪਾਪ ਤਿਆਗਣਾ ਆ, ਕਿਲ ਵਿਖਾਂ ਦਾ ਤਿਆਗ ਕਰਨਾ ਹੈ। ਸੋ ਇੱਕ ਤਰ੍ਹਾਂ ਦੀ ਟਾਈਪ ਆਫ ਗੁਰੂ ਬਾਬਾ ਜੀ ਪ੍ਰੋਵਾਈਡਿੰਗ ਅਸ sort of outline the type of responsibility which we have to fulfill to get happy married life। ਜੇ ਅਸੀਂ ਵਿਵਾਹੁਤਾ ਜੀਵਨ ਦੇ ਉਸ ਸੁਖਦ ਅਹਿਸਾਸ ਤੱਕ ਪਹੁੰਚਣਾ ਆ, ਉਸ ਕਾਰਜ ਆਨੰਦ ਜਿਹਨੂੰ ਕਿਹਾ ਗਿਆ, ਉਹ ਸਾਨੂੰ ਤਵੱਕੋਂ ਹੈ। ਤੇ ਮਹਾਰਾਜ ਨੇ ਕਿਹਾ ਫਿਰ ਇਸ ਧਰਮ ਦੀ ਪਰਿਪੱਕਤਾ ਚਾਹੀਦੀ ਹੈ, ਤੇ ਉਹ ਧਰਮ ਗ੍ਰਸਤ ਧਰਮ ਹੈ। ਸੋ ਦੀ ਬਾਤ ਉਹਦੇ ਵਿੱਚ ਹੋ ਰਹੀ ਸੀ, ਬੜੀ ਡਿਟੇਲਡ ਬਾਤ ਪਾਈ ਇਹਦੇ ਅੰਦਰ। ਪਰ ਇਹਦੇ ਨਾਲ ਦੀ ਨਾਲ ਜਦੋਂ ਦੂਸਰੀ ਲਾਮ ਤੇ ਆਇਆ, ਇਹਦੇ 'ਚ ਮਹਾਰਾਜ ਨੇ ਦੋ ਚੀਜ਼ਾਂ 'ਤੇ ਜ਼ਿਆਦਾ ਐਮਫਸਾਈਜ਼ ਕੀਤਾ। ਇੱਕ ਤੇ ਕਿ ਲੀਡਿੰਗ ਰੂਪ ਜਿਹੜਾ ਆ ਉਹ ਕਿਸੇ ਪ੍ਰਿੰਸੀਪਲ ਦਾ ਹੋਏ। ਜਿਵੇਂ ਪਰਿਵਾਰਾਂ ਦੇ ਵਿੱਚ ਤੁਸੀਂ ਬਾਕੀ ਤੇ ਵਧੀਆ ਤੋਂ ਵਧੀਆ ਚੀਜ਼ਾਂ ਤੁਸੀਂ ਲਿਆਉਣਾ ਚਾਹੁੰਦੇ ਹੋ, ਤੁਹਾਡੀ ਰਿਹਾਇਸ਼ ਵੀ ਬਹੁਤ ਪੌਸ਼ ਏਰੀਏ 'ਚ ਹੋਏ, ਬੜੀ ਉਮਦਾ ਹੋਏ, ਘਰ ਦਾ ਸਮਾਨ ਵਧੀਆ ਹੋਏ, ਫਰਨੀਚਰ ਵਧੀਆ ਹੋਏ, ਪਾਣ ਖਾਣ ਵਾਸਤੇ ਕੱਪੜੇ, ਸਮਾਨ, ਐਵਰੀਥਿੰਗ ਸ਼ੁੱਡ ਬੀ ਪਰਫੈਕਟ, ਐਵਰੀਥਿੰਗ ਸ਼ੁੱਡ ਬੀ ਐਕਚੁਅਲੀ ਟੌਪ ਆਫ ਦਾ ਲਾਈਨ। ਅਸੀਂ ਇਹ ਸੋਚਦੇ ਹਾਂ। ਪਰ ਜਿਸ ਕ੍ਰਾਈਟੀਰੀਆ ਦੇ ਉੱਤੇ ਪਰਿਵਾਰਕ ਜ਼ਿੰਦਗੀ ਚੱਲਣੀ ਹੈ, ਜਿਹਦੇ ਤਹਿਤ ਉਹਨਾਂ ਦਾ ਸਾਰਾ ਵਿਹਾਰ, ਉਹਨਾਂ ਦਾ ਬਿਹੇਵੀਅਰ, ਉਹਨਾਂ ਦੇ ਇੱਕ ਦੂਜੇ ਦੇ ਨਾਲ ਡੀਲਿੰਗ ਸੋਰਟ ਆਫ ਲੈਵਲ ਹੋਣਾ ਆ, ਉਹਦੇ ਵਿੱਚ ਵੀ ਤੇ ਕੋਈ ਹਾਇਰ ਲੈਵਲ ਦੀ ਸੋਚ ਹੋਣੀ ਚਾਹੀਦੀ ਹੈ, ਕੋਈ ਹਾਇਰ ਲੈਵਲ ਦੇ ਪ੍ਰਿੰਸੀਪਲਸ ਹੋਣੇ ਚਾਹੀਦੇ ਨੇ, ਜਿਹਨਾਂ ਨੂੰ ਅਸੀਂ ਫੈਮਿਲੀ ਵੈਲਿਊਜ਼ ਕਹਿੰਦੇ ਹਾਂ। ਗੁਰੂ ਬਾਬਾ ਜੀ ਉਹਦੇ 'ਚ ਕਹਿੰਦੇ ਕਿ ਕਿਉਂ ਨਾ ਸਤਿਗੁਰ ਪੁਰਖ ਮਿਲਾਇਆ, ਸਤਿਗੁਰੂ ਲੀਡ ਕਰੇ, ਉਹ ਪੁਰਖ ਬਣੇ। ਕੁਝ ਫੈਮਿਲੀ ਵੈਲਿਊਜ਼ ਹੋਣ, ਜੇ ਮੈਨੂੰ ਸਰਲ ਕਰਕੇ ਬਿਆਨ ਕਰਦਾ ਜੀ ਉਸ ਰੂਪ ਦੇ ਵਿੱਚ। ਅੱਜ ਦੇ ਸਮਾਜ ਦੇ ਵਿੱਚ ਜਿੱਥੇ ਅਸੀਂ ਰਹਿ ਰਹੇ ਹਾਂ, ਇਹ ਸੋਸਾਇਟੀ ਇਟਸ ਏ ਕਾਈਂਡ ਆਫ ਮਿਲਟਿੰਗ ਪੋਟ। ਮਤਲਬ ਨਾਰਥ ਅਮਰੀਕਨ ਕਲਚਰ ਆ, ਕੋਈ ਕੈਰੇਬੀਅਨ ਬੈਕਗਰਾਊਂਡ ਤੋਂ ਆ ਰਿਹਾ ਹੈ, ਕੋਈ ਏਸ਼ੀਅਨ ਬੈਕਗਰਾਊਂਡ ਤੋਂ ਆ ਰਿਹਾ ਹੈ, ਕੋਈ ਸਾਊਥ ਏਸ਼ੀਅਨ ਬੈਕਗਰਾਊਂਡ ਤੋਂ ਆ ਰਿਹਾ ਹੈ, ਕੋਈ ਯੂਰਪੀਅਨ, ਖਾਸ ਕਰਕੇ ਆਸਟਰੀਆ, ਹੰਗਰੀ, ਸਪੇਨ ਵਾਲੀ ਸਾਈਡ ਤੋਂ, ਉਸ ਬੈਕਗਰਾਊਂਡ ਤੋਂ ਆ ਰਿਹਾ। ਇੱਥੇ ਆ ਕੇ ਉਹਨਾਂ ਦੀਆਂ ਅਬਲ ਤੇ ਫਸਟ ਨਹੀਂ ਤੇ ਸੈਕਿੰਡ ਜਨਰੇਸ਼ਨ ਉਹ ਬਿਲਕੁਲ ਨਾਰਥ ਅਮਰੀਕਨ ਉਸੇ ਰੰਗ 'ਚ ਰੰਗ ਜਾਂਦੀ ਹੈ। ਸੋ ਇਸ ਰੂਪ ਦੇ ਵਿੱਚ ਆ। ਮੈਂ ਤੇ ਕਾਫੀ ਲੰਬੇ ਸਮੇਂ ਤੋਂ ਪ੍ਰਿਜ਼ਨਸ ਵਿੱਚ ਕੰਮ ਕਰ ਰਿਹਾ ਵਾਂ, ਅਤੇ ਖਾਸ ਕਰਕੇ ਯੰਗ ਅਫੈਂਡਰਸ ਦੇ ਵਿੱਚ ਮੈਂ ਦੇਖਦਾ ਹਾਂ, ਸਿਰਫ ਉਹਨਾਂ ਦੇ ਨਾਂ ਦਾ ਫਰਕ ਹੁੰਦਾ ਹੈ, ਥੋੜ੍ਹਾ ਬਹੁਤਾ ਕਲਰ ਦਾ ਫਰਕ ਹੁੰਦਾ ਹੈ। ਬਿਹੇਵੀਅਰ ਵਾਈਜ਼ ਤੁਸੀਂ ਬਿਲਕੁਲ ਦੇਖੋਗੇ ਕਿ ਇੱਕੋ ਹੀ ਉਹ ਸਾਰੀ ਡੈਮੋਗ੍ਰਾਫਿਕਸ ਵਿੱਚ ਆ ਜਾਂਦੇ ਨੇ। ਇਹ ਸਭ ਇਸ ਨਾਰਥ ਅਮਰੀਕਨ ਕਲਚਰ ਦੇ ਵਿੱਚੋਂ ਇਸ ਰੂਪ ਵਿੱਚ ਆਉਂਦਾ ਆ। ਫਿਰ ਇਹਦੇ 'ਚ ਇਹ ਵੀ ਹੁੰਦਾ ਕਈ ਵਾਰੀ ਪੇਰੈਂਟਸ ਇਸ ਗੱਲ ਦੇ ਉੱਤੇ ਬੜੇ ਪਰੇਸ਼ਾਨ ਹੁੰਦੇ ਨੇ, ਕਈ ਵਾਰੀ ਸਾਡੇ ਨਾਲ ਗੱਲ ਵੀ ਕਰਦੇ ਨੇ ਕਿ ਭਾਈ ਸਾਹਿਬ ਜੀ ਕਿਸ ਤਰੀਕੇ ਨਾਲ ਕਰੀਏ, ਆਲੇ ਦੁਆਲੇ ਵਿੱਚ ਬੱਚੇ ਹੈਗੇ ਨੇ। ਜਿਵੇਂ ਸਪੋਜ਼ ਯੂਰਪੀਅਨ ਕਲਚਰ ਦੇ ਵਿੱਚ ਅਲਕੋਹਲ ਇਨਟੇਕ ਇਟਸ ਏ ਨਾਰਮਲ ਥਿੰਗ, ਉਹਨਾਂ ਦੇ ਕਲਚਰ ਦਾ ਪਾਰਟ ਆ। ਉਸ ਨੂੰ ਤੇ ਉਹ ਰੱਬ ਦਾ ਪ੍ਰਸਾਦ, ਮਤਲਬ ਇੱਕ ਤਰੀਕੇ ਦੇ ਨਾਲ ਮੂੰਹ 'ਚ ਇਸ ਤਰੀਕੇ ਨਾਲ ਵੀ ਪਾਇਆ ਜਾਂਦਾ ਆ। ਤੁਹਾਨੂੰ ਮਿਲ ਜਾਣਗੀਆਂ ਜਿਹੜੀਆਂ ਖਾਸ ਕਰਕੇ ਇਹੋ ਜਿਹੇ ਧਾਰਮਿਕ ਸਥਾਨ ਜਿੱਥੇ 12 ਬਣੀਆਂ ਨੇ, ਉਹ ਸਭ ਚੀਜ਼ਾਂ ਉਹਨਾਂ ਦੇ ਫੂਡ ਵਿੱਚ ਵੱਡੇ ਲੈਵਲ 'ਤੇ ਇਨਟੇਕ ਹੁੰਦਾ। ਸੋ ਇਹ ਇਸ ਰੂਪ ਦੇ ਵਿੱਚ ਆ। ਉਹਨਾਂ ਦੇ ਵਿੱਚ ਹੁੰਦਾ ਹੈ ਕਿ 12-14 ਸਾਲ ਦਾ ਬੱਚਾ ਹੋਇਆ, ਉਹਨੂੰ ਪੇਰੈਂਟਸ ਆਪ ਬਿਠਾ ਕੇ ਕੋਲ ਬੀਅਰ ਸਿਪ ਕਰਾਉਂਦੇ ਨੇ, ਸਭ ਚੀਜ਼ਾਂ ਹੁੰਦੀਆਂ। ਕੁਝ ਕਲਚਰ ਉਹ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦੀ ਬਿਲਕੁਲ ਪ੍ਰੋਹਿਬਿਸ਼ਨ ਹੈ, ਜਿਵੇਂ ਸਾਡਾ ਕਲਚਰ ਵੀ ਆਉਂਦਾ ਆ। ਹਾਲਾਂਕਿ ਲੱਗਦਾ ਐਵੇਂ ਨਹੀਂ ਹੈਗਾ, ਲੱਗਦਾ ਐਵੇਂ ਹੈ ਕਿ ਇਟਸ ਅ ਨਾਰਮਲ ਥਿੰਗ। ਮਤਲਬ ਅਲਕੋਹਲ ਇਨਟੇਕ ਕਰਨਾ, ਲੋਕੀ ਨੂੰ ਤੇ ਡਰੱਗ ਵੀ ਕੰਸੀਡਰ ਨਹੀਂ ਕਰਦੇ। ਅਨਫੋਰਚੂਨੇਟ ਬੜਾ ਪਾਰਟ ਆ।
ਹਕੀਕੀ ਰੂਪ ਵਿੱਚ ਬਾਤ ਇਹ ਵੀ ਹੈ ਕਿ ਸਾਡੇ ਸਮਾਜ ਦਾ ਵੱਡਾ ਨੁਕਸਾਨ ਜ਼ਿਆਦਾਤਰ ਇਸ ਸ਼ਰਾਬ ਕਰਕੇ ਵੀ ਹੋ ਰਿਹਾ, ਬਹੁਤ ਵੱਡੇ ਲੈਵਲ 'ਤੇ। ਬਹੁਤ ਸਾਡਾ ਡੋਮੈਸਟਿਕ ਇਨਵਾਇਰਮੈਂਟ ਆ, ਜਾਂ ਤੁਸੀਂ ਬੈਕ ਹੋਮ ਪੰਜਾਬ ਵਿੱਚ ਦੇਖੋਗੇ, ਉੱਥੋਂ ਦੇ ਹਾਲਾਤ ਬਹੁਤੇ ਖਰਾਬ ਸ਼ਰਾਬਾਂ ਕਰਕੇ ਹੁੰਦੇ ਨੇ। ਫਿਰ ਇਹ ਵੀ ਹੈ ਉਸ ਸੂਬੇ ਦੀ ਜਿਹੜੀ ਸਾਰੀ ਪੰਜਾਬ ਸਟੇਟ ਆ, ਉਹਨੂੰ ਚਲਾਉਣ ਵਾਸਤੇ ਜਿਹੜਾ ਸਭ ਤੋਂ ਵੱਡਾ ਰੈਵਨਿਊ ਜਨਰੇਟ ਕਰਨ ਵਾਲਾ ਸੋਰਸ ਉਹ ਵੀ ਸ਼ਰਾਬ ਹੀ ਹੈ। ਉੱਥੇ ਜਾ ਕੇ ਪਤਾ ਲੱਗਦਾ ਕਿ ਇੱਕ ਕਲਚਰ ਅਸੀਂ ਇੱਕ ਡਿਫਰੈਂਟ ਵੇ ਨਾਲ ਅਡਾਪਟ ਕਰ ਲਿਆ ਹੈਗਾ। ਖੈਰ, ਪਰ ਉਹ ਲੋਕ ਹੈਗੇ ਨੇ ਜਿਹੜੇ ਬਾਣੀ 'ਚੋਂ ਕਿਤੇ ਇਹੋ ਜਿਹੇ ਉਪਦੇਸ਼ ਪੜ੍ਹ ਲੈਂਦੇ ਨੇ ਵੀ ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਭਾਈ ਇਹੋ ਜਿਹੇ ਮਦ ਨੂੰ ਪੀਣ ਦੇ ਨਾਲ ਜਿਹਦੇ ਨਾਲ ਬੰਦਾ ਬਰਲਾ ਜਾਂਦਾ, ਮੱਤ ਮਾਰੀ ਜਾਂਦੀ, ਇੰਪੇਅਰਡ ਜਜਮੈਂਟ ਹੁੰਦੀ, ਉਹ ਨਹੀਂ ਚੀਜ਼ ਲੈਣੀ ਚਾਹੀਦੀ। ਤਾਂ ਸੇਵਨ ਠੀਕ ਨਹੀਂਗਾ। ਹੁਣ ਉਸ ਕਲਚਰ ਵਿੱਚੋਂ, ਉਸ ਬੈਕਗਰਾਊਂਡ ਦੇ ਵਿੱਚੋਂ ਉਹਨਾਂ ਕਿਸਮ ਦੀਆਂ ਜੀਵਨ ਦੇ ਯਾਪਨ ਵਿੱਚੋਂ, ਜੀਵਨ ਜੀਣ ਦੇ ਤਰੀਕੇ ਢੰਗ ਦੇ ਵਿੱਚੋਂ ਲੋਕ ਇੱਥੇ ਆਏ ਰਹਿ ਰਹੇ ਹੋਣ, ਅਤੇ ਉਹਨਾਂ ਦੇ ਫਰੈਂਡ ਸਰਕਲ ਦੇ ਵਿੱਚ ਲੋਕ ਹੋਣ ਜਿਹੜੇ ਬੀਅਰ ਇਨਟੇਕ ਕਰ ਰਹੇ ਨੇ, ਅਲਕੋਹਲ ਇਨਟੇਕ ਕਰ ਰਹੇ ਨੇ ਬਾਹਰ। ਅਤੇ ਕਈ ਵਾਰ ਬੱਚੇ ਲਿਟਰਲੀ ਤੌਰ 'ਤੇ ਸਵਾਲ ਕਰਦੇ, ਖੁਦ ਸਾਡੇ ਕੋਲ ਕਿੰਨੀ ਵਾਰੀ ਸਵਾਲ ਆਏ, ਉਹ ਕਹਿੰਦੇ ਕਿ ਵਾਟਸ ਦ ਡਿਫਰੈਂਸ, ਆਵਰ ਐਕਚੁਅਲੀ ਫਰੈਂਡਸ ਦੇ enjoy alcohol, they enjoy beers, and we are actually under prohibition. Why you guys are not allowing us to do that? ਐਵੇਂ ਵੀ ਬਾਤ ਹੁੰਦੀ। ਫਿਰ ਇਹਦੇ ਵਿੱਚ ਹੋਰ ਤਾਂ ਕੋਈ ਚਾਰਾ ਨਹੀਂ ਹੁੰਦਾ। ਮਾਪੇ ਕਈ ਵਾਰੀ ਕਹਿੰਦੇ ਵੀ ਠੀਕ ਆ ਭਾਈ, ਤੂੰ ਕਰਨਾ ਤੇ ਕਰ ਲੈ ਇਸ ਤਰੀਕੇ ਨਾਲ। ਜੇ ਸਾਡੇ ਤੋਂ ਕੋਈ ਉਸ ਸਵਾਲ ਦੇ ਰੂਪ ਵਿੱਚ ਬਾਤ ਕਰੇ, ਜਿਵੇਂ ਇਸ ਤਰੀਕੇ ਨਾਲ ਗੱਲ ਹੋਏ, ਤਾਂ ਉਹਦਾ ਮਾਇਨਾ ਇਹ ਹੈ ਕਿ ਭਾਈ ਐਵਰੀ ਹਾਊਸ ਹੋਲਡ has its own kind of value system, its own kind of culture, its own kind of living style and everything. ਭਾਈ ਜਿਵੇਂ ਦੀਆਂ ਸਾਡੇ ਘਰ ਦੀਆਂ ਦੀਵਾਰਾਂ, ਪਰਦੇ ਸਭ ਲੱਗੇ ਨੇ, ਜਿਵੇਂ ਦੇ ਉਹਨਾਂ ਦੇ ਘਰ ਡਿਫਰੈਂਟ ਲੱਗੇ ਹੋਣਗੇ। ਉਹਨਾਂ ਦਾ ਆਪਣਾ ਜੀਣ ਦਾ ਢੰਗ ਹੈ, ਸਾਡਾ ਆਪਣਾ ਜੀਣ ਦਾ ਢੰਗ ਹੈ। ਕੁਝ ਵੈਲਿਊਜ਼ ਜਿਹੜੀ ਅਸੀਂ ਫੈਮਿਲੀ 'ਚ ਇੱਥੇ ਫੋਲੋ ਕਰਦੇ ਹਾਂ, ਸਾਰੇ ਹੀ ਫੋਲੋ ਕਰਦੇ ਹਾਂ। ਡਬਲ ਸਟੈਂਡਰਡ ਨਾ ਹੋਏ ਉਹਦੇ ਵਿੱਚ ਇਹ ਨਹੀਂ ਕਿਉਂਕਿ ਮੈਂ ਲੀਡ ਕਰਦਾ, ਮੈਂ ਇਸ ਘਰ ਦੇ ਵਿੱਚ ਬ੍ਰੈਡ ਵਿਨਰ ਹੈਗਾ ਆ, ਮੈਂ ਡਿਸੀਜ਼ਨ ਮੇਕਰ ਹੈਗਾ। ਨੋ, ਆਈ ਕੈਨ ਡੂ ਬਟ ਯੂ ਗਾਇਜ਼ ਕੈਨ ਨਾਟ ਡੂ ਇਟ। ਇਹ ਨਹੀਂ, ਸਤਿਗੁਰੂ ਪੁਰਖ ਮਿਲਾਇਆ, ਪੁਰਖ ਹੋਇਆ ਜਿਹੜਾ ਲੀਡ ਕਰ ਰਿਹਾ ਹੈ। ਉਹਦੀ ਵਿਚਾਰਧਾਰਾ, ਉਹਦੇ ਖਿਆਲ ਇਮਾਨਦਾਰੀ ਨਾਲ 100%। ਜਿੱਥੇ ਨਹੀਂ ਹੋਏਗਾ ਉੱਥੇ ਬਲਕਿ ਬੜੀ ਵੱਡੀ ਗੜਬੜ ਹੋ ਜਾਏਗੀ। ਤੁਸੀਂ ਦੇਖਿਆ ਇਹ ਵੀ ਚੀਜ਼ਾਂ ਦੇ ਵਿੱਚ ਕਿ ਕਈ ਵਾਰ ਇਹ ਹੋਏਗਾ ਵਿਖਾਵੇ ਦੇ ਰੂਪ ਦੇ ਵਿੱਚ ਬੰਦਾ ਧਰਮੀ ਹੈ, ਕੁਝ ਹਿਡਨ ਸਾਈਡ 'ਤੇ ਜਿਹੜਾ ਹੈਗਾ ਇਹੋ ਜਿਹੀਆਂ ਚੀਜ਼ਾਂ ਚੱਲ ਰਹੀਆਂ ਨੇ ਜਿਹੜੀਆਂ ਉਸ ਵੈਲਿਊ ਸਿਸਟਮ ਦੇ ਨਾਲ ਮੈਚ ਨਹੀਂ ਕਰਦੀਆਂ। ਅਤੇ ਲੇਟਰ ਔਰ ਸੂਨਰ ਬੱਚੇ ਇਮੋਸ਼ਨਲੀ ਬਹੁਤ ਇੰਟੈਲੀਜੈਂਟ ਹੁੰਦੇ ਨੇ। ਸਾਨੂੰ ਹੀ ਲੱਗਦਾ ਆ ਉਹਨਾਂ ਦਾ ਇਮੋਸ਼ਨਲ ਇੰਟੈਲੀਜੈਂਸ ਲੈਵਲ ਜਿਹੜਾ ਆ ਸਾਡੇ ਤੋਂ ਕਿਤੇ ਹਾਇਰ ਹੁੰਦਾ ਆ। ਉਹ ਗੈਸ ਕਰ ਜਾਂਦੇ ਨੇ। ਜਿਵੇਂ ਉਹ ਗੈਸ ਕਰਦੇ ਨੇ, ਫਿਰ ਜੋ ਕੋਈ ਤੁਸੀਂ ਉਹਨਾਂ ਨੂੰ ਵੈਲਿਊ ਦੇਣਾ ਵੀ ਚਾਹੁੰਦੇ ਹੋ ਥੋੜ੍ਹੀਆਂ ਬਹੁਤੀਆਂ, ਹੋ ਸਕਦਾ ਹੈ ਇਹਦੇ ਮੁਕਾਬਲਤਨ ਉਹ ਫੈਮਿਲੀ ਜਿਹਦੇ ਕੋਲ ਬਿਲਕੁਲ ਵੀ ਉਹ ਵੈਲਿਊਜ਼ ਨਹੀਂ ਹੈਗੀਆਂ, ਉਹਨਾਂ ਦੇ ਬੱਚੇ ਨੂੰ ਫੋਲੋ ਕਰਨ ਲੱਗ ਜਾਣ। ਪਰ ਜਿਨ੍ਹਾਂ ਬੱਚਿਆਂ ਨੇ ਇੱਕ ਹਿਪੋਕ੍ਰੇਸੀ ਦੇਖ ਲਈ, ਉਹ ਨਹੀਂ ਫੋਲੋ ਕਰਨਗੇ। ਜਿਹੜਾ ਬਹੁਤ ਵੱਡੇ ਲੈਵਲ 'ਤੇ ਦੁਨੀਆ ਦੇ ਵਿੱਚ ਏਥੀਸਟ ਹੋਣ ਦਾ ਕਲਚਰ ਬਿਲਡ ਹੋਇਆ, ਇੱਕ ਫਨੋਮੀਨਾ ਬਿਲਡ ਹੋਇਆ ਹੈਗਾ, ਇਹਦਾ ਰੀਜ਼ਨ ਉਹੀ ਹੈ ਕਿ ਜਿੱਥੇ ਬਹੁਤ ਪਰਿਵਾਰ ਧਾਰਮਿਕ ਅਤੇ ਸਪਿਰਿਚੁਅਲ ਉਸ ਤਰੀਕੇ ਨਾਲ ਕਲੇਮ ਕਰਦੇ ਸੀਗੇ ਕਿ ਵੀ ਫੋਲੋ ਦਾ ਸਪਿਰਿਚੁਅਲ ਵੈਲਿਊਜ਼, ਬਟ ਵੈਨ ਦ ਨੈਕਸਟ ਜਨਰੇਸ਼ਨ find out no, or even the same generation find out what's happening toward these people, they are totally hypocrite. They are showing something else, but at the same time their real actually you can say behavior or a character, they don't match with those values. ਉੱਥੇ ਫਿਰ ਗੜਬੜ ਹੋ ਜਾਂਦੀ। ਸੋ ਇਮਾਨਦਾਰੀ ਨਾਲ ਸਤਿਗੁਰੂ ਪੁਰਖ ਮਿਲਾਇਆ। ਫਿਰ ਇਹਦੇ 'ਚ ਨਾਲ ਇਹ ਵੀ ਥੋੜ੍ਹੀ ਗੱਲ ਹੋਈ ਕਿ ਇੰਡੀਵਿਜੂਅਲਸ ਨੇ ਦੋ, ਅਤੇ ਉਹਨਾਂ ਇੰਡੀਵਿਜੂਅਲਸ ਖਾਸ ਕਰਕੇ ਦੋ ਦੀ ਬਾਤ ਕੀਤੀ ਜਾਏ, ਹਸਬੈਂਡ ਵਾਈਫ ਦੀ। ਉਹਨਾਂ ਦੇ ਵਿੱਚ ਪਰਸਨੈਲਿਟੀ ਕਲੈਸ਼ਿਸ ਹੋਣਗੇ, ਈਗੋ ਕਲੈਸ਼ਿਸ ਹੋਣਗੇ, ਅਤੇ ਇਹ ਨੋਰਮਲ ਆ। ਦੋ ਇੰਡੀਵਿਜੂਅਲ ਦਾ ਆਪਣਾ ਨਿੱਜ ਦਾ, ਜਿਹੜੀ ਨਿੱਜ ਆ ਬੜੀ ਵੱਡੀ ਅਲਾਮਤ ਹੈ। ਕਈ ਵਾਰ ਦਾਨੇ ਲੋਕ ਕਹਿੰਦੇ ਨੇ ਕਿ ਬੰਦਾ ਹਰ ਚੀਜ਼ ਦਾ ਤਿਆਗ ਕਰ ਸਕਦਾ ਹੈ,
थोड़ा बहुता किसी वास्ते सैक्रीफाइस कर सकता है, अपने वास्ते, अपने तो बगानियां वास्ते, दूजियां वास्ते, सब रूपां दे विच। पर जिथे किते उहदे निज दी गल आ जाए ना, जिथे उहदी होंद दी, जिथे उहदी ईगो हर्ट हुंदी होए, वो बहुत हार्ड है। बड़े बड़े चंगे इंडिविजुअल जिहड़े तुहानूं लगेगा बिल्कुल सैल्फलैस लगदे ने, किसी वास्ते आउट ऑफ द वे जाके भी हैल्प करते हैं, बड़ा किसी नूं दूजे नूं सपोर्ट करते हैं, मदद करते हैं, कंपैशनेट ने पूरी तरह, बड़े फुल विद लव एंड अफैक्शन ने, किसी तरीके नाल कोई गुस्से का भी कोई इशू नहीं, कुछ नहीं हैगा। हाँ, ईगो जरूर है जिन्हों मतलब ये तो असीं गृहस्थी लोगों की गल करते हैं, जिहड़े लोग ये क्लेम करते कि वी आर द मॉन्क्स, वी हैव रिनाउंस्ड दिस वर्ल्ड। बाबा जी बाणी च कहते कि उन्होंने लोगों की भी हालत देखी है कि वो लोग भी कबीर माया तजी तो क्या भया जो मान तजिया नहीं जाए। जिहड़ा मान है ना, हंकार, यही चीज़ होंदी है। मान मुनि मुनि वर्ग है, मान सब को खाए, ये सब खा जाता है। इत्थे जाके ये काम करने की लोड़ होंदी है, इसनों लगातार दुरुस्त करना है, ये अंग बिरती दे ते झाड़ू लाना है। सो ये तां ही हो सकता किसी वैल्यू सिस्टम में फॉलो कर रहे हो। जिथे वैल्यू सिस्टम दे विच मेरी नक भी अड़दी है, वो कट्टनी पेगी मैनू। जिथे मेरी होंद भी थोड़ी बहुती मैनू तंग कर रही है, मैनू उत्ते काम करना पेगा, बल्कि दूजे तो मदद मंगनी पेगी कि मैनू इस तरीके नाल मैं सोचदा, पर मैनू मदद चाहिए इहदे विच। ये दूसरी लाव दे गुरु बाबा जी ने बयान किया। तीसरी लाव में फिर मन चाओ पया बैरागिया, यदि बात बड़ी डिटेल्ड बात की असी बैराग दी डिफरेंट लेयर्स के उत्ते। फिर ये राग बैराग अनुराग की बात भी की, जिवें असीं वचन पढ़ते जाप साहब दे विच कि जत्र तत्र दिशा विसा होए फैलियो अनुराग। राग बैराग अनुराग प्रेम की महादशा, जिथे जाके रब प्रेम का ही रूप हो जाता है, उस दशा तक लैके जाना। पर बैराग की पौड़ी चढ़नी पेगी। अजे छत ते नहीं पहुँचे, पर पौड़ी चढ़ रहे हैं उस वाली। हुण छत ते पहुँचने वाली बात जिहड़ी है, महानंद जी की बात की। अर चौथड़ी लाओ मन सहज पया हर पाया बदराम जी। मिलेगा भाई वो आनंद, मिलेगी वो खुशी, मिलेगा चाह, मिलेगा वो खेड़ा। पर हकीकत है मन सहज पया। बाहर की जिहड़ी बॉडी लैंगुएज है, इनू मन ड्राइव करता है। जो बंदा मन करके काला पै जाता है, तन अपने आप उहदे विच एनग्जाइटी आनी, उहदे विच एक फिक्रमंदगी का एहसास आ जाना, उहदे विच पैनिक आ जाना, ये आम बात होंदी है। यदि बीते कल भी मैं बात की सी, कालेपन दे नाल ते साह भी लै ले बंदा तो सोफोकेशन होनी शुरू हो जाती, क्योंकि इफ वी आर ब्रीथिंग इन वेरी शैलो वे दैन डेफिनेटली ऑक्सीजन तो फेफड़ियां च जा ही नहीं रही। वो हार्ट नूं किवें मिलेगी, ब्रेन नूं किवें मिलेगी, वो ब्लड नूं किवें मिलेगी। बंदा नॉकआउट हो जाएगा, अपने आप ही बेहोश हो जाएगा। उन्होंने लोड़ ही नहीं किसी बाहर करने वास्ते। उत्थे ही जिहड़ा है एक तरह दे नाल वो जिहड़ा उस रूप दे विच अपनी असल होंद नूं नहीं मान सकेगा। इत्थे रिश्ते जिहड़े ने उन्हां दे विच जदों ऑक्सीजन नहीं रहिंदी, रूम नहीं रहिंदा। मलाम दी बात पहले दिन कीती सी, विच रूम रहना। ये तां ही हो पाएगा जे सहज आनंद हुआ वड भागी, उहदी बात होए किते। वड्डे भागां वाले बनना है, सहज आनंद, सहज पकै सो मीठा हो। एक नैचुरल फेस दे विच, नैचुरल प्रोसैस दे विचों निकलना है। उस रूप दे विच अजे बीज लगाया है, बूटा होया है, वो हौली हौली पत्ते कड्डेगा, रुत आवेगी, फल उन्हें फुल लगणगे, फल लगणगे, फल फिर पकणगे एक दे रूप विच आके। असी चाइल्डिश बिहेवियर के उत्ते सोशियोलॉजी दे विच एक वर्कशॉप दे पार्टिसिपेट करते पढ़ाई के दौरान। उच्चे होया कि बच्चा आया, वैसे कई बच्चे ने उस तरीके ने उस एक वर्कशॉप दे विच, तो उस बच्चे नूं चेयर ते बिठाया गया, उहदे सामने एक मैश मैलो रख दी गई, जिहड़ी बड़ी जिचों अरोमा हमक आ रही है, बड़ी एन जिहड़ी है बिल्कुल वार्म, वो प्लेट दे विच। उहनूं कहा गया कि वुड यू लाइक टू वन पीस ऑफ मैश मैलो और टू? वो कहंदे टू। ओके, you can have to, but for that you have to wait. एक रख दी थी तेरे सामने, तू चाहे तो हुणी खा ला, एक ही मिलेगा ये पीस। जे just 30 seconds तू वेट कर ले, क्लॉक इज क्लिकिंग इन फ्रंट ऑफ यू, देयर इज नो एक्चुअली रश। जे 30 seconds इत्थे क्रॉस करके एक क्लिक कर गया
तो फिर तेन 2 दित्तियां जाणगीआं, बट द कंडीशन इज यू कैन नॉट टच इट, यू कैन नॉट स्मैल इट, यू कैन नॉट टेस्ट इट, यू हैव टू वेट। तुसी हैरान होवोगे, कई दर्जन बच्चे वो एग्री कर गए, हाँ बिल्कुल ठीक है, आई कैन वेट। प्लेट च रखता, 2 3 5 सेकंड, 30 सेकंड्स, 5-6 सेकंड तक बच्चे के अंदर जिहड़ा इंपल्सिव बिहेवियर वो बाहर होना शुरू हो गया। नो नो आई कैन नॉट वेट। होया कि बच्चे कईयां ने राइट में चुक के खा ली, तो कई बस उत्ते खड़े हो के देखन लगे, थोड़ा नेड़े आके चलो मैं स्मैल कर ला, मैं जीभ नूं लगा के टेस्ट ही कर ला, छोटा जिहा बाइट कर लवां, इस तरीके दे नाल कालापन। मतलब जिहड़ी ट्रॉफी है उहदी वेट नहीं हो सकती। बस यही है, जदों बंदा रिश्ते दे विच इनवॉल्व हुंदा आ तो वो एक सुपना अपने अंदर सजा के बैठा हुंदा है कि मेरा रिश्ता एवें दा होएगा, इस तरीके दे नाल मेरा पार्टनर मैनू सपोर्ट करेगा, मैं अपने पार्टनर नूं इस तरीके नाल सपोर्ट करांगा। कई बार तुसी किसी दी हेल्प करना चाहुंदे हो, अगला अलाउ ही नहीं करदा। तुसी किसी नूं प्यार देना चाहुंदे हो, अगला कहंदा नो वे, हाउ कैन यू एक्चुअली offer me this kind of love or compassion. I am not allowing you at all, because in that way it seems I am weak, I am a seeker of actually something. In that way it seems I am vulnerable, I cannot allow you to be vulnerable in front of you. No, मैं अपनी सेल्फ नहीं अलाउ नहीं करांगा। हुण आ जिहड़ी हालत आ, इस हालत दे विच की है, इस हालत दे विच हौली हौली विश्वास जितना एक दूजे का, जिन्होंने मैं क्या सीगा, गुरमुख मिलिया सुभाए। देखो ये संसार निरंकार का ही रूप आ, पर इस संसार विच सानू नफरत मिलती है। तुसी देखोगे समा सीगा जो गुरु नानक साहब आप कहते, कोई आखै पूतना को कहे बेताला, कोई आखै आदमी नानक बेचारा। दुनिया नहीं क्या, संसार नहीं क्या, ये भूतना आ, ये बेताला आ, ये सिर्फ एक अदना जिहा मनुख आ। वही दुनिया गुरु नानक साहब के नाम के सिक्के चलाउंदी है, गुरु नानक साहब के नाम के स्थान बनते हैं, गुरु नानक साहब के स्थान की जियारत करते हैं। अज असी टोरंटो के गिरदे रवान दे बैठे हाँ, इस GTA के इलाके दे विच एडियां आलीशान इमारतां बनियां ने, इन्ने आलीशान जिहड़े ने गुरु नानक नाम लेवा संगतां बनियां ने, कम्यूनिटी बिल्ड हुई है। गुरु नानक दे संकल्प दे नाल एडे एडे वड्डे फूड बैंक चल रहे हैं। सब चीज़ां की ने, मतलब है कि ये दुनिया जिहड़ी है, संसार जिहड़ा आ, ये मनदा नहीं भाई इहदे विच सच पिया है, सच मनण दी ताब भी पई है, पर हाँ वक्त लगता आ, समा लगता आ। पर हुंदा यह है जदों बंदा इंपेशेंट हो जाता आ, कुदरत सब नूं नाम देने लिए भी तैयार आ, हर तरह का उसनूं चंगेरा वडियाउण वास्ते भी तैयार आ। पर गल ये है, तू उस मदर नेचर के प्रोसैस नूं फॉलो करेगा। देखो धरती के उत्ते जिहड़ी खास करके रिलेशनशिप की वडियाई है, ये भी एक चीज़ चेते रखिए, साडे मन की दुनिया दे एक भुख भी हुंदी है, लोग सानू सलाहण, लोग साडे परिवार नूं सलाहण, लोग साडे रिश्ते नूं सलाहण, साडे रिश्ते नूं मिसाल दे तौर ते पेश करन। जिहड़ा कालापन हुंदा ना कई वारी कि मैं लोकां दी नज़र विच चंगा कपल बन जावां, कई बार ये भी बहुत बहुत खराब करती है चीज़। पेशेंस, धीरज, सहजे भाव दे नाल, नैचुरल, तो बी ओपन। साडे ते इत्थे हुंदा आ कि माफ़ी चाहांगा, एक तो सीगा साडे काउंसलिंग स्ट्रक्चर सीगा नैचुरल तौर पर, स्पिरिचुअल परसनैलिटी साडे आले दुआले हुंदियां सन, तो वो इस तरह होना कि उन्हां दा प्रभाव सीधे तौर पर परिवारां दे जीवन विच होना। साडे कुछ सज्जन हैगे ने बयान करते कि ਗਿਆਨੀ अर्जन सिंह हुंदे सीगे थाईलैंड, लंबा समा बैंकॉक सिंह सभा दे विचों हैड ग्रंथी रहे। ननकाना साहब सीगे, उस तो बाद पार्टीशन होया तो इधर आ गए, इधरों फिर वो थाईलैंड आ गए। कहते कई मोस्टली घरां दे विच उन्हां दी जो फैमिली मैंबर हुंदा में पिक्चर लगी है, तो बयान यह किया जाता है कि जिन्नी देर तक वो गुरुद्वारा साहब दे एज हैड ग्रंथी रहे,
ਜਿਹੜੇ ਉੱਥੇ ਮੋਸਟਲੀ ਪਰਿਵਾਰ ਸੀ, ਕਿਸੇ ਦੇ ਘਰ ਦੇ ਵਿੱਚ ਪੁਲਿਸ ਨਹੀਂ ਗਈ ਫੈਸਲਾ ਕਰਾਉਣ ਵਾਸਤੇ। ਜਿੱਥੇ ਕਿਤੇ ਲੋੜ ਪਈ ਗਿਆਨੀ ਜੀ ਗਏ। ਕੈਸੀ ਸਪਿਰਿਚੁਅਲ ਪਰਸਨੈਲਿਟੀ ਹੋਏਗੀ ਇਹ। ਐਕਚੁਅਲ ਲੈਵਲ ਤੇ ਇਹ ਜਿਹੜੀ ਚੀਜ਼ ਆ, ਜਦੋਂ ਸਾਡੇ ਅੰਦਰ ਇੱਕ ਵੱਡੇ ਲੈਵਲ ਤੇ ਰੂਹਾਨੀ ਲੈਕਿੰਗ ਹੁੰਦੀ ਹੈ ਸਮਾਜਾਂ ਦੇ ਵਿੱਚ, ਸਮਾਜ ਬਰਬਾਦ ਹੋ ਜਾਂਦੇ ਨੇ। ਤੁਸੀਂ ਭਾਈ ਵੀਰ ਸਿੰਘ ਦੀਆਂ ਲਿਖਤਾਂ ਪੜ੍ਹੋ, ਬਾਬਾ ਨੋਦ ਸਿੰਘ ਨੂੰ ਪੜ੍ਹੋ, ਤੁਸੀਂ ਤੂਤਾਂ ਵਾਲਾ ਖੂਹ ਪੜ੍ਹੋ, ਸੋਹਣ ਸਿੰਘ ਸੀਤਲ ਜੀ ਦਾ, ਅਕਾਲੀ ਬਾਬੇ ਦਾ ਕਰੈਕਟਰ ਪੜ੍ਹੋ। ਉਹਦੇ ਵਿੱਚ ਇਹ ਕੌਣ ਹੈ? ਸੋ ਇਹ ਜਿਹੜੀ ਇਸ ਕਿਸਮ ਦੀ ਬਾਤ ਆ, ਅੱਜ ਦੇ ਅਸੀਂ ਵੈਸਟਰਨਾਈਜ਼ ਵਰਲਡ ਵਿੱਚ ਦੇਖਦੇ ਹਾਂ, ਇਹਦੇ 'ਚ ਪ੍ਰੋਫੈਸ਼ਨਲਸ ਹੈਲਪ ਕਰਦੇ ਨੇ, ਨੋ ਡਾਊਟ। ਜਿਹੜੇ ਪ੍ਰੋਫੈਸ਼ਨਲਸ ਇਸ ਬਾਬਤ ਜਾਂਦੇ ਨੇ ਉਹ ਪੂਰੇ ਮਦਦ ਇਸ ਰੂਪ ਵਿੱਚ ਟਰਾਈ ਕਰਦੇ ਨੇ, ਪਰ ਉਦੋਂ ਕਰ ਸਕਦੇ ਜਦੋਂ ਕੋਈ ਚੀਜ਼ ਕਿਸੇ ਤਰੀਕੇ ਦੇ ਨਾਲ ਉਹਦੇ 'ਚ ਦਰੁਸਤਗੀ ਦੀ ਗੁੰਜਾਇਸ਼ ਆ। ਜਦੋਂ ਉਹਦੇ 'ਚ ਗੁੰਜਾਇਸ਼ ਹੀ ਨਹੀਂ ਦਰੁਸਤਗੀ ਦੀ, ਤੇ ਹੋਏਗਾ ਕੀ ਫਿਰ ਤੇ ਬਹੁਤ ਲੇਟ ਹੋ ਜਾਏਗਾ। ਟੂ ਲਿਟਲ ਟੂ ਲੇਟ ਜਿਹਨੂੰ ਅਸੀਂ ਲੋਕ ਕਹਿ ਦਿੰਦੇ ਹਾਂ ਕਈ ਵਾਰ। ਸੋ ਇਸ ਲਈ ਸਮਾਂ ਰਹਿੰਦੇ ਆ ਬੰਦਾ ਕੀ ਹੈ, ਬੰਦਾ ਬਿਹਾਈਂਡ ਦਾ ਡੋਰ, ਬਿਹਾਈਂਡ ਦਾ ਕਰਟਨ ਆਪਣੇ ਆਪ ਹੀ ਉਹਨੂੰ ਜਿਹੜਾ ਹੈਗਾ ਸਕਰੂ ਟਾਈਟ ਢਿੱਲੇ ਕਰੀ ਜਾਂਦਾ। ਉਹ ਡੇ ਬਾਈ ਡੇ ਸਿਚੁਏਸ਼ਨ ਵਰਸ ਹੁੰਦੀ ਜਾਂਦੀ ਹੈ। ਇੱਥੇ ਜ਼ਿਕਰ ਆਇਆ ਐਫਰਟ ਪਾਓ, ਇੰਪੇਸ਼ੈਂਟ ਨਾ ਹੋਵੋ, ਪਰ ਪ੍ਰੋਪਰ ਸੁਭਾਵਿਕ ਤੌਰ ਤੇ ਉਸ ਚੀਜ਼ ਨੂੰ ਲਿਆਉਣ ਵਾਸਤੇ ਇਹ ਹੈ ਇੱਕ ਦੂਜੇ ਨੂੰ ਅੰਡਰਸਟੈਂਡ ਕਰੋ, ਇੱਕ ਦੂਜੇ ਦੀ ਲੋੜ ਨੂੰ ਸਮਝੋ, ਇੱਕ ਦੂਜੇ ਦੇ ਖਿਆਲਾਂ ਨੂੰ ਸਮਝੋ, ਕਿਉਂਕਿ ਇੱਕ ਰਾਹ ਤੇ ਤੁਰਨਾ ਆ। ਤੇ ਫਿਰ ਇਹ ਇਕੱਲਾ ਨਹੀਂ, ਦੁਨੀਆ ਨੂੰ ਵੀ ਤੁਸੀਂ ਸਮਝਣਾ, ਕਿਉਂਕਿ ਹਰ ਨੂੰ ਪਾਉਣਾ ਆ। ਜਿਸ ਪਰਮ ਰੂਹ ਨੇ, ਇਸ ਰੂਹ ਨੇ ਪਰਮ ਰੂਹ ਤੱਕ ਪਹੁੰਚਣਾ ਆ, ਤੇ ਪਰਮ ਰੂਹ ਤੇ ਧਰਤੀ ਤੇ ਹੀ ਮੌਜੂਦ ਆ। ਇਹਦੇ ਵਿੱਚੋਂ ਹੀ ਫਿਰ ਰੱਬ ਲੱਭਣਾ ਆ। ਕਹਿੰਦੇ ਵੀ ਆਵਾਜ਼ੇ ਖਲਕਤ ਆਵਾਜ਼ੇ ਖੁਦਾ ਹੋ ਜਾਂਦੀ ਹੈ, ਕਿਉਂਕਿ ਖੁਦਾ ਇਸੇ ਖਲਕਤ ਦੇ ਵਿੱਚ ਆ। ਖਾਲਿਕ ਖਲਕ ਮੈਂ ਖਲਕ ਵਸੈ ਰੱਬ ਮਾਹੀ, ਮੰਦਾ ਕਿਸ ਨੂੰ ਆਖੀਏ ਜੋ ਤਿਸ ਬਿਨ ਕੋਏ ਨਾ ਹੀ। ਕਿਹਨੂੰ ਮੰਦਾ ਤੇ ਭੈੜਾ ਕਹੀਏ? ਉਸ ਕਾਦਰ ਦੀ ਹੀ ਬਣਾਈ ਹੋਈ ਸਾਰੀ ਖਲਕਤ ਆ। ਸੋ ਉਸ ਖਲਕਤ ਦੇ ਵਿੱਚੋਂ ਸਾਨੂੰ ਆਪਣੇ ਰੋਲ ਨੂੰ ਪ੍ਰੋਪਰਲੀ ਪਲੇ ਕਰਨਾ ਚਾਹੀਦਾ, ਤਾਂ ਕਿ ਉਸ ਖਲਕਤ ਵਿੱਚ ਬੈਠੇ ਰੱਬ ਨੂੰ ਅਸੀਂ ਵੇਖ ਸਕੀਏ। ਗੁਰੂ ਬਾਬਾ ਜੀ ਨੇ ਇੱਥੇ ਬਿਆਨ ਕੀਤਾ, ਮਹਾਰਾਜ ਕਹਿੰਦੇ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀ। ਜਦੋਂ ਮਨ ਕਰਕੇ ਕੋਈ ਚੀਜ਼ ਮਿੱਠੀ ਲੱਗੇਗੀ, ਤਨ ਦੇ ਵਿੱਚੋਂ ਪ੍ਰਭਾਵ ਆਪਣੇ ਆਪ ਨਿਕਲੇਗਾ। ਤਨ ਦੀ ਜਿਹੜੀ ਬਾਡੀ ਲੈਂਗੁਏਜ ਆ, ਉਹ ਵਿਹਾਰ ਆ, ਇਹਦੇ 'ਚ ਉਹ ਸਨੇਹ, ਉਹ ਖਲੂਸ ਆਵੇਗਾ। ਫਿਰ ਅਗਲਾ ਹੈ ਹਰ ਮੀਠਾ ਲਾਇਆ ਮੇਰੇ ਪਰ ਪਾਇਆ, ਅਨ ਦਿਨ ਹਰ ਲਿਵ ਲਾਈ, ਅਨ ਦਿਨ ਰਾਤ ਦਿਨ ਹਰ ਲਿਵ ਲੱਗ ਜਾਣੀ। ਇੱਕ ਸਿਮਰਨ ਦੀ ਚਰਮ ਦਸ਼ਾ ਆ ਸਾਡੇ ਸਾਰਿਆਂ ਦੇ ਵਿੱਚ। ਜੋ ਖਿਆਲ ਨੇ, ਮਤਲਬ ਬਾਣੀ ਕਹਿੰਦੀ ਹੈ ਕਬਹੂ ਜੀੜਾ ਊਬ ਚੜ੍ਹਤ ਹੈ ਕਬਹੂ ਜਾਏ ਪਿਆਲੇ। ਕਦੀ ਸਾਡਾ ਹਿਰਦੇ ਦੀਆਂ ਬੜੀਆਂ ਉੱਚੀਆਂ ਉਡਾਰੀਆਂ ਨੇ, ਕਦੀ ਬਹੁਤ ਨੀਵੇਂ ਪੱਧਰ ਤੇ ਚਲਾ ਆਉਂਦਾ ਆ। ਇਹ ਮੋਸਟਲੀ ਇੱਕ ਕਾਮਨ ਬੰਦੇ ਦੀ ਪ੍ਰੋਬਲਮ ਹੈ, ਇਸ ਤਰੀਕੇ ਨਾਲ ਹੀ ਚੱਲਦਾ ਹੈ। ਇਸੇ ਨੂੰ ਹੀ ਸਾਈਕੋਲੋਜੀ ਦੀ ਲੈਂਗੁਏਜ ਦੇ ਵਿੱਚ ਮਿਜ਼ਰੀ ਕਿਹਾ ਜਾਂਦਾ ਹੈਗਾ, ਮਿਜ਼ਰੇਬਲ ਸਾਈਕੀ, ਜਿਹੜੀ ਬੜੀ ਇੱਕ ਖੁਰਾਫਾਤ ਨਾਲ ਭਰੀ ਹੋਈ ਹੈ। ਮਤਲਬ ਹਾਲਤ ਹੀ ਕੁਝ ਨਹੀਂ ਹੈ, ਪਰ ਕਿਸੇ ਇੱਕ ਚੰਗੇਰੇ ਸਕੂਲ ਆਫ ਥਾਟ, ਚੰਗੇਰੇ ਆਈਡੀਏ ਦੇ ਨਾਲ ਬੰਦਾ ਇੱਕ ਟਿਕ ਜੁੜ ਜਾਏ, ਲਿਵ ਲੱਗ ਜਾਏ, ਉਹਦੇ ਤੋਂ ਮਾੜਾ ਜਿਹਾ ਸੱਜੇ ਖੱਬੇ ਨਹੀਂ ਹੋਣਾ। ਬਿਲਕੁਲ ਇਹਨੂੰ ਇਸ ਤਰ੍ਹਾਂ ਕਿਹਾ ਜਾਂਦਾ ਕਿ ਜਿਵੇਂ ਉੱਪਰ ਬਰਤਨ ਕਰਕੇ ਤੇਲ ਇਸ ਤਰੀਕੇ ਨਾਲ ਥੱਲੇ ਸੱਟੀ ਦਾ ਦੂਸਰੇ ਬਰਤਨ ਦੇ 'ਚ ਉਹਦੀ ਧਾਰ ਬਿਲਕੁਲ ਬੱਝ ਕੇ ਪੈਂਦੀ ਇਸ ਤਰੀਕੇ ਦੇ ਨਾਲ, ਲਿਵ ਐਵੇਂ ਲੱਗ ਜਾਣੀ। ਬਿਲਕੁਲ ਇੱਕ ਟਿਕ ਕਿਸੇ ਸਕੂਲ ਆਫ ਥਾਟ ਦੇ ਨਾਲ ਆਪਣੇ ਆਪ ਨੂੰ ਜਨਰੇਟ, ਆਪਣੇ ਆਪ ਨੂੰ ਜਿਹੜਾ ਅੰਗੇਜ ਕਰ ਲੈਣਾ। ਇੱਥੇ ਸਾਹਿਬ ਨੇ ਕਿਹਾ ਅਨ ਦਿਨ ਹਰ ਲਿਵ ਲਾਈ, ਜਿਹੜੀ ਹਰ ਵਕਤ ਹਰੀ ਵਿੱਚ ਲਿਵ ਲੱਗ ਗਈ। ਹਰੀ ਵਿੱਚ ਇਹ ਜੀਵਨ ਹੀ ਲੋਕ ਘਰ ਨੂੰ ਛੱਡ ਕੇ, ਘਰ ਦੇ ਜੀਆਂ ਨੂੰ ਛੱਡ ਕੇ, ਘਰ ਦੀਆਂ ਜ਼ਿੰਮੇਵਾਰੀਆਂ ਨੂੰ ਛੱਡ ਕੇ ਕਿਸੇ ਮੂਰਤੀ ਦੀ ਪੂਜਾ ਕਰਨ ਲੱਗ ਜਾਂਦੇ। ਕਿਸੇ ਮੂਰਤੀ ਦੇ ਅੱਗੇ ਬੈਠ ਕੇ ਸਵੇਰ ਤੋਂ ਸ਼ਾਮ ਤੱਕ ਭਜਨ ਗਾਉਣ ਲੱਗ ਜਾਂਦੇ। ਬੰਦਾ ਇਹ ਸੰਸਾਰ ਦੀ ਐਕਚੁਅਲ ਸੇਵਾ ਕਰਨ ਦੀ ਬਜਾਏ ਕਿਸੇ ਆਪੂ ਥਾਪੀ ਦੁਨੀਆ ਥਾਪਦਾ, ਤੇ ਉਸ ਦੁਨੀਆ ਦੇ ਵਿੱਚ ਜਿਹਨੂੰ ਮੱਠ ਆਸਥਾ ਕਿਹਾ ਜਾਂਦਾ ਹੈ, ਉਹਦੇ ਵਿੱਚ ਲੱਗ ਜਾਂਦਾ। ਇਹਦੇ ਨਾਲ ਨਾ ਬੰਦੇ ਦਾ ਆਪਣਾ ਭਲਾ, ਨਾ ਸਮਾਜ ਦਾ ਭਲਾ ਹੈ। ਤੁਸੀਂ ਦੇਖੋਗੇ ਜਿਹੜਾ ਸੋ ਕਾਲ ਡੇਰਾਵਾਦ ਆ, ਮੱਠ ਆਸਥਾ ਆ, ਲੌਂਗ ਰਨ ਦੇ ਵਿੱਚ ਤੇ ਮਾਰਦੀ ਹੈ, ਕਲਟ ਬਣ ਜਾਂਦਾ ਹੈ। ਜਿੱਥੇ ਪਰਿਵਾਰ ਮਜ਼ਬੂਤ ਨੇ, ਸਮਾਜ ਮਜ਼ਬੂਤ ਆ, ਪਰਿਵਾਰਾਂ ਦੇ ਵਿੱਚ ਵੈਲਿਊ ਸਿਸਟਮ ਆ, ਉਹੀ ਸਮਾਜ
ਆਪਣਾ ਭਲਾ ਕਰਦਾ, ਦੂਜਿਆਂ ਦੇ ਭਲਾ ਕਰਨ ਦੇ ਕਾਬਿਲ ਹੋ ਸਕਦਾ, ਪਰ ਇਹ ਹੋ ਤਾਂ ਸਕਦਾ ਜੇ ਉਹਦੇ ਵਿੱਚ ਰਹਿਣ ਵਾਲੇ ਜੀਆਂ ਦਾ ਜੀ ਲੱਗੇ, ਉਹਨਾਂ ਦੇ ਅੰਦਰੋਂ ਚਾਹ ਪੈਦਾ ਹੋਵੇ ਸਨੇਹ ਵੰਡਣ ਦਾ, ਸਨੇਹ ਲੈਣ ਦਾ। ਲਿਵ ਲੱਗਣੀ ਆ ਹੈ, ਤੇ ਇਸ ਲਿਵ ਦੇ ਵਿੱਚ ਜਿਹੜੀ ਸਪੋਰਟ ਕਰਦੀ ਹੈ ਉਹ ਬਾਣੀ ਹੈ, ਉਪਦੇਸ਼ ਹੈ, ਜਿਹੜਾ ਪੁਰਖ ਮਲਾਏ ਦੀ ਬਾਤ ਹੋ ਰਹੀ ਸੀ। ਪਰ ਜਿੱਥੇ ਦੋ ਇੰਡੀਵਿਜੂਅਲ ਰੱਬ ਨੂੰ ਸਾਖੀ ਜਾਣ ਕੇ ਇਸ ਰਾਹ ਤੇ ਤੁਰਦੇ, ਤੇ ਉਹਦੇ ਖੌਫ, ਉਹਦੇ ਭੈ ਦੇ, ਨਿਰਮਲ ਭੈ ਦੇ ਵਿੱਚ ਰਹਿ ਕੇ ਜੀਵਨ ਯਾਪਨ ਕਰਦੇ, ਉਹਦੇ ਵਿੱਚੋਂ ਨਿਤਨੇਮ ਨਾ ਨਿਕਲੇ, ਐਸਾ ਹੋ ਨਹੀਂ ਸਕਦਾ। ਭਜਨ ਬੰਦਗੀ ਨਾ ਨਿਕਲੇ, ਐਸਾ ਹੋ ਨਹੀਂ ਸਕਦਾ। ਜਿੱਥੇ ਸਾਹਿਬ ਨੇ ਕਿਹਾ ਸੀਗਾ ਕਿ ਜਿਹ ਕਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾ ਹੈ, ਸੋ ਤਰ ਮਰਗਟ ਸਾਰ ਕੇ ਭੂਤ ਬਸੈ ਤੇ ਮਾਹੇ। ਉਹ ਘਰ ਅਸਲ ਦੇ ਵਿੱਚ ਮਰਗਟ, ਮੜੀਆਂ ਦੇ ਬਰਾਬਰ ਹੋ ਗਏ। ਉਹਨਾਂ 'ਚ ਵਸਣ ਵਾਲੇ ਲੋਕ ਜਿਹੜੇ ਨੇ, ਪੁੱਤ ਜਨੋਰਾ, ਧੀ ਜਨੋਰੀ, ਜੋਰੀ ਜੋਰੂ, ਤਿੰਨਾਂ ਦਾ ਸਿਕਦਾਰ, ਉਹ ਹਾਲਤ ਬਣ ਗਈ। ਮਤਲਬ ਜਿਨ ਭੂਤ ਵਸਣ ਲੱਗ ਗਏ। ਹੁਣ ਉਹ ਜਿਨ ਭੂਤ ਵਸਣੇ ਕੀ ਹੈ, ਉੱਥੇ ਲਿਵ ਕਿੱਥੇ ਲੱਗੇਗੀ? ਉੱਥੇ ਤੇ ਹਾਲਤ ਇਹ ਹੈ ਕਿ ਘਰ ਦੇ ਵਿੱਚ ਆਉਣ ਨੂੰ ਜੀ ਨਹੀਂ ਕਰਦਾ, ਭੱਜਣ ਨੂੰ ਜੀ ਕਰਦਾ। ਤੇ ਬੰਦਾ ਕਾਫੀ ਸਮਾਂ ਤੇ ਨਹੀਂ ਭੱਜਦਾ, ਉੱਥੋਂ ਆਉਣ ਦੀ ਟਰਾਈ ਕਰਦਾ, ਉੱਥੇ ਰਹਿਣ ਦੀ ਟਰਾਈ ਕਰਦਾ। ਇੱਕ ਸਮਾਂ ਐਸਾ ਹੁੰਦਾ ਜਿੱਥੋਂ ਐਕਚੁਅਲ ਲੈਵਲ ਤੇ ਸੈਪਰੇਸ਼ਨ ਦਾ ਕਨਸੈਪਟ ਨਿਕਲਦਾ ਸਾਰੇ ਦਾ ਸਾਰਾ। ਪਰ ਜੇ ਲਿਵ ਸਹੀ ਹੈ, ਇੱਕੋ ਹੀ ਤਾਰ ਖੜਕ ਰਹੀ ਹੈ ਅੰਦਰ, ਆਪਣਾ ਆਪਾ ਸਵਾਰਨਾ ਹੈ, ਆਲੇ ਦੁਆਲੇ ਨੂੰ ਸਵਾਰਨਾ ਆ, ਉੱਚੇ ਆਦਰਸ਼ਾਂ ਨੂੰ ਪਾਲਣਾ ਰਲ ਕੇ। ਉਹਨੂੰ ਸਾਹਿਬ ਨੇ ਕਿਹਾ ਕਿ ਹਕੀਕਤ ਇਹ ਹੈ, ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ, ਅਨਦਿਨ ਹਰ ਲਿਵ ਲਾਈ, ਮਨ ਚਿੰਦਿਆ ਫਲ ਪਾਇਆ ਸੁਆਮੀ। ਫਿਰ ਮਨ ਚਿੰਦਿਆ ਫਲ ਪਾਇਆ ਸੁਆਮੀ। ਉਹ ਸੁਆਮੀ ਜਿਹੜਾ ਮਨ ਚਾਹੁੰਦਾ ਮੇਰਾ ਫਲ ਸੀਗਾ ਸਭ ਤੋਂ ਵੱਡਾ। ਮਤਲਬ ਇਹ ਆਨੰਦ ਦੀ ਜਿਹੜੀ ਵਿਆਖਿਆ ਆ ਜਾਂ ਦੀ ਟਰਾਂਸਲੇਸ਼ਨ ਹੈ, ਇਹ ਕੰਪਲੀਟ ਸੈਟਿਸਫੈਕਸ਼ਨ। ਇਸ ਤੋਂ ਬਾਅਦ ਕੋਈ ਹੋਰ ਇੱਛਾ ਰਹਿ ਨਾ ਜਾਏ। ਬਸ ਬੰਦਾ ਬਹੁਤ ਗਹਿਰੇ ਤਲ ਤੇ ਆਪਣੇ ਮਨ ਦੀ ਦੁਨੀਆ ਦੇ ਸਾਰੇ ਖੂੰਜੇ ਨੁਕਰਾਂ ਝਾਤ ਮਾਰ ਕੇ ਦੇਖੇ ਤੇ ਕਹੇ ਵੀ, ਜੇ ਸਪੋਜ਼ ਕਰੋ ਰੱਬ ਹੀ ਮੇਰੇ ਸਾਹਮਣੇ ਆ ਜਾਏ, ਤੇ ਆ ਕੇ ਕਹੇ ਵੀ ਬੰਦਿਆ ਕੀ ਚਾਹੀਦਾ ਆ, ਮੈਂ ਜਿੰਨਾ ਮਰਜ਼ੀ ਅੰਦਰੋਂ ਕੁਰੇਦ ਲਵਾਂ, ਮੇਰੇ ਕੋਲ ਕੋਈ ਇੱਛਾ ਹੀ ਨਾ ਹੋਏ ਦੱਸਣ ਵਾਸਤੇ। ਕੀ ਦੱਸਾਂ ਇਹਨੂੰ? ਆ ਚਾਹੀਦਾ, ਕੁਛ ਵੀ ਨਹੀਂ ਚਾਹੀਦਾ, ਸਭ ਫੁੱਲਫਿਲ ਹੋ ਗਿਆ ਆ। ਇਹ ਜਿਹੜੀ ਅਵਸਥਾ ਆ, ਇਹਨੂੰ ਸਾਹਿਬ ਨੇ ਕਿਹਾ ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵੱਜੀ ਵਾਧਾਈ। ਵਾਧਾਈ ਬੱਬੇ ਨੂੰ ਵੀ ਕਰਨਾ ਹੈ, ਤੱਦੇ ਨੂੰ ਵੀ ਕਰਨਾ ਹੈ, ਈੜੀ ਤੇ ਬਿਹਾਰੀ ਨੂੰ, ਈੜੀ ਨੂੰ ਬਿਹਾਰੀ ਹੈ। ਵਾਧਾਈ ਖੁਸ਼ੀ ਦਾ ਨਗਮਾ, ਜਿਹਨੂੰ ਸ਼ਹਿਨਾਈ ਵੀ ਕਿਹਾ ਜਾਂਦਾ ਹੈ। ਐਸੀ ਆਵਾਜ਼ ਜਿਹੜੀ ਕੰਨਾਂ ਨੂੰ ਸੂਦਿੰਗ ਦਿੰਦੀ ਹੈ, ਜਿਹੜੀ ਅੰਦਰ ਮਿਠਾਸ ਘੋਲਦੀ ਲੱਗੇ ਜਾਂਦੀ ਹੈ, ਜਿਹਨੂੰ ਕਿਹਾ ਗਿਆ ਕਿਸ ਰੂਪ ਦੇ ਵਿੱਚ ਆ ਕਿ ਭਗਤ ਫਰੀਦ ਜੀ ਦੇ ਸ਼ਬਦ ਪੜ੍ਹਦੇ ਨਾ ਵੀ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖੀਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਬੂਝਣ ਦੁੱਧ। ਮਤਲਬ ਐਸੀ ਮਿਠਾਸ ਜਿਹੜੀ ਰੱਬ ਦੇ ਨਾਮ ਵਾਲੀ ਮਿਠਾਸ ਆ, ਜਿਹਦੇ ਸਾਹਮਣੇ ਹਰ ਚੀਜ਼ ਫਿੱਕੀ ਹੋ ਗਈ, ਹਰ ਚੀਜ਼ ਜਿਹੜੀ ਹੈ ਉਹਦੀ ਕੋਈ ਵੁਕਤ ਹੀ ਨਹੀਂ ਰਹਿ ਗਈ। ਐਸੀ ਮਿਠਾਸ ਜੀਵਨ ਵਿੱਚ ਘੁਲ ਗਈ, ਵਾਧਾਈ, ਐਸੀ ਸ਼ਹਿਨਾਈ ਵੱਜ ਗਈ। ਅਕਸਰ ਲੋਕ ਵਿਆਹ ਨੂੰ ਮਿੱਠੀਆਂ ਚੀਜ਼ਾਂ ਨਾਲ ਤਸ਼ਬੀਹ ਦਿੰਦੇ। ਵਿਆਹ ਦੇ ਵਿੱਚ ਸਾਡੇ ਕਲਚਰ ਦੇ ਵਿੱਚ ਖਾਸ ਕਰਕੇ ਹੱਥਾਂ ਨਾਲ ਵੱਡੇ ਹੋਏ ਵੇਸਣ ਤੇ ਗੁੜੀ, ਅੱਜ ਕੱਲ੍ਹ ਖੰਡ ਸ਼ੱਕਰ ਵਗੈਰਾ ਪਾ ਕੇ ਜਿਹਨੂੰ ਲੱਡੂ ਕਿਹਾ ਜਾਂਦਾ, ਉਹ ਖਵਾਏ ਜਾਂਦੇ। ਤਸ਼ਬੀਹ ਦਿੱਤੀ ਜਾਂਦੀ ਹੈ ਇਹਨੂੰ ਮਿੱਠੇ ਲੱਡੂਆਂ ਦੇ ਨਾਲ। ਇਹ ਕੀ ਹੈ? ਈਵਨ ਇਹਦੇ ਹੋਰ ਰੰਗ 'ਚ ਦੇਖਿਆ ਜਾਏ, ਇਹਦੇ 'ਚ ਕਿੰਨਾ ਸੰਗੀਤ ਇਨਵੋਲਵ ਕੀਤਾ ਜਾਂਦਾ, ਮਿਠਾਸ ਦਾ, ਉਸ ਚੀਜ਼ ਦਾ ਸਰ ਦਾ ਪ੍ਰਤੀਕ ਬਣਾ ਕੇ ਕੰਨਾਂ 'ਚ ਪਾਉਣ ਵਾਸਤੇ। ਸਾਹਿਬ ਨੇ ਬਿਆਨ ਕੀਤਾ ਜਦੋਂ ਆਹ ਬਾਤ ਬਣੀ ਨਾ, ਜਦੋਂ ਇਸ ਕਿਸਮ ਦਾ ਆਨੰਦ ਕਰ, ਜਿਹਨੂੰ ਇੱਕ ਰੰਗ ਹੋਰ ਦੇਖ ਲੈਣਾ, ਜਿਸ ਦਿਨ ਵਿਆਹ ਹੋ ਰਿਹਾ ਹੈ ਉਹ ਤੇ ਸ਼ੁਰੂਆਤ ਆ, ਉਹ ਤੇ ਇੱਕ ਪਹਿਲਾ ਪੜਾਅ, ਪਹਿਲੀ ਲਾਮ ਆ, ਪ੍ਰਵਿਰਤੀ ਹੋਰ ਲੱਗਾ ਆ। ਜਦੋਂ ਵਿਵਾਹ ਉਸ ਤਰੀਕੇ ਨਾਲ ਉਸਰੇਗਾ, ਬਤੀਤ ਹੋਏਗਾ, ਅੱਗੇ ਜਾ ਕੇ ਜਦੋਂ ਆਹ ਲੈਵਲ ਆਏਗਾ, ਇਹ ਤੇ ਹੈ ਰਿਸ਼ਤਾ ਨਿਰਵਾਹ ਕਰਕੇ, ਸਿਰਫ ਕੱਲਾ ਰਿਸ਼ਤਾ ਜੋੜ ਕੇ ਨਹੀਂ। ਜਦੋਂ ਇਹਦਾ ਨਿਰਵਾਹ ਹੋ ਗਿਆ ਵਿਆਹ, ਤੇ ਉਸ ਤੋਂ ਬਾਅਦ ਉਹਦਾ ਨਿਰਵਾਹ ਜਿੱਥੇ ਜਾ ਕੇ ਨਿਭ ਗਿਆ, ਜਿਹਨੂੰ ਭਗਤ
कबीर जी ने इस तरह बयान किया सीगा कि जैसी उपजी पेड़ ते तैसी निभ है औड़, हीरा किसका बापुरा पूजे ना रतन करोड़। कहते जैसी उपजी पेड़ ते, कोई बूटा लगाया छोटा जा, मतलब कोई बीज लगाया तो उस बीज ने उंगरना शुरू किया, ਉਹਦੇ बहुत सॉफ्ट ਤੇ ਕੋਜ਼ੀ ਜੇ ਪੱਤੇ ਨਿਕਲੇ ਉਹਦੇ ਚੋਂ, ਜਿਹੜੇ ਲੀਵਸ ਹੁੰਦੇ ਨੇ ਸ਼ੁਰੂ ਦੇ ਵਿੱਚ, ਉਹਨਾਂ ਨੂੰ ਤੁਸੀਂ ਟੱਚ ਕਰੋਗੇ ਬੜਾ ਉਹਨਾਂ 'ਚ ਸੌਫਟਨੈਸ ਹੋਏਗੀ, ਬੜਾ ਸੌਫਟਨੈਸ ਫੀਲ ਕਰੋਗੇ। ਪਰ ਜਿਵੇਂ ਹੀ ਬੂਟਾ ਥੋੜਾ ਵੱਡਾ ਹੋਏਗਾ ਉਹਦੇ 'ਚ ਰਿਜਿਡਨੈਸ, ਡਾਢਾਪਨ ਆ ਜਾਏਗਾ। ਰਿਸ਼ਤਿਆਂ ਦੀ ਸ਼ੁਰੂਆਤ ਬੜੀ ਸੌਫਟ ਤੇ ਕੋਜ਼ੀ ਹੁੰਦੀ ਹੈ, ਜਿਵੇਂ ਹੀ ਥੋੜਾ ਅੱਗੇ ਜਾਂਦੇ ਆ ਉਹਦੇ ਅੰਦਰ ਉਹੀ ਕੁੜੱਤਨ, ਉਹੀ ਡਾਢਾਪਨ ਆ ਜਾਂਦਾ ਹੈ। ਬਾਬਾ ਕਬੀਰ ਜੀ ਨੇ ਕਿਹਾ कि कबीर जैसी उपजी पेड़ ते तैसी निभ है और जैसी मासूमियत मिठास पहले दिन किसी रिश्ते च आ रही है, जे एहो जी मिठास बिल्कुल आखिरी दिन तक निभ जाए। हीरा किसका बापुरा पूजे न रतन करोड़। तुसी हीरे जवाहरात लोकी छल्ले मुंदियां इस तरीके नाल गहने गट्टे पाउंदे एक दूजे नूं, ताकि वो भी बड़े बड़े महंगे हीरे जवाहरात लिया के, ताकि इस रिश्ते नूं असीं दस किन्ना वैल्यू करदे हां। ਇਹੋ ਜਿਹੀਆਂ ਯਾਦਾਂ, ਇਹੋ ਜਿਹੀਆਂ ਅਸੀਂ ਮੈਮਰੀਜ਼ ਨਾਲ ਜੋੜਨੀਆਂ ਚਾਹੁੰਦੇ ਹਾਂ। ਬਾਬਾ ਕਬੀਰ ਜੀ ਕਹਿੰਦੇ ਜੇ ਰਿਸ਼ਤਾ ਨਿਭਾਉਣ ਦੀ ਜਾਚ ਆ ਗਈ ਨਾ, ਇਹ ਰਿਸ਼ਤੇ ਹੀਰੇ ਜਵਾਹਰਾਤ, ਇਹ ਤੇ ਕਰੋੜਾਂ ਰਤਨ ਵੀ ਉਹਦੇ ਸਾਹਮਣੇ ਛੋਟੇ ਹੋ ਜਾਣਗੇ। ਜਿਹੜੀ ਖੁਸ਼ੀ ਰਿਸ਼ਤਾ ਨਿਭਾ ਕੇ ਮਿਲੇਗੀ, ਸੋ ਉਹਦੀ ਬਾਤ ਕੀਤੀ ਗਈ। ਜਦੋਂ ਮਨ ਚੰਦਿਆ ਫਲ ਪਾਇਆ ਸੁਆਮੀ ਹਰਨਾਮ ਵਜੀ ਵਾਧਾਈ, ਜਦੋਂ ਨਿਭਾਉਣ ਵਾਲੀ ਬਾਤ ਆ ਗਈ, ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ। ਜਿਵੇਂ ਜਿਵੇਂ ਇਸ ਕਾਰਜ ਦੀ ਸੰਪੰਨਤਾ ਦਾ ਅਹਿਸਾਸ ਅੰਦਰ ਹੋਏਗਾ, ਕਿਉਂਕਿ ਵਿਆਹ ਵਾਲੇ ਦਿਨ ਤੇ ਬੜੀ ਖੁਸ਼ੀ ਹੁੰਦੀ ਹੈ, ਪਰ ਇਹ ਸਾਰਾ ਹੀ ਰੱਬ ਦਾ ਵਿਆਹ ਆ, ਕਰਤਾਰ ਦਾ ਸਾਰੀ ਜਿਹੜੀ ਰਚਨਾ ਆ ਇਹਦੇ ਵਿੱਚ, ਤੇ ਸਾਨੂੰ ਇੱਕ ਰੋਲ ਮਿਲਿਆ ਆ। ਮਹਾਰਾਜ ਕਹਿੰਦੇ ਜਦੋਂ ਇਸ ਠਾਕੁਰ ਦੇ ਕਾਜ ਨੂੰ ਸਮਝਣ ਦੀ ਸਮਰੱਥਾ ਕੁਝ ਦਿੱਤੀ ਸੁਰਤ ਦੇ ਵਿੱਚ ਕੁਦਰਤ ਨੇ। ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ। ਇਹ ਜੀਵਾਤਮਾ ਵਿਗਾਸ ਵਿਗਾਸ ਖੇੜੇ ਵਿੱਚ ਜਾਏਗੀ, ਇਹਦੇ 'ਚ ਚਾਹਾਂ ਮਲਹਾਰਾਂ ਦੀ ਇੰਤਹਾ ਨਹੀਂ ਰਹੇਗੀ। ਖੁਸ਼ੀ ਦਾ ਹਰ ਵਕਤ ਨਗਮਾ ਅੰਦਰ ਵੱਜੇਗਾ। ਉਹਦੀ ਬਾਤ ਹੋ ਰਹੀ ਹੈ ਤਨ ਹਿਰਦੈ ਨਾਮ ਵਿਗਾਸੀ। ਤੇ ਇਹੀ ਵਿਗਾਸ ਨਾਮ ਦਾ ਵਿਗਾਸ ਆ। ਜਨ ਨਾਨਕ ਬੋਲੇ ਚੌਥੀ ਲਾਮੈ ਹਰ ਪਾਇਆ ਪ੍ਰਭ ਅਵਿਨਾਸ਼ੀ। ਇਹ ਨਾਨਕ ਕਹੇ ਇਸ ਰੂਪ ਦੇ ਵਿੱਚ ਕਿ ਦਾਸ ਨਾਨਕ ਬੋਲ ਰਿਹਾ ਹੈਗਾ, ਚੌਥੀ ਲਾਮੈ ਹਰ ਪਾਇਆ ਪ੍ਰਭ ਅਵਿਨਾਸ਼ੀ। ਉਹ ਹਰ ਪ੍ਰਾਪਤ ਕੀਤਾ ਜੋ ਅਵਿਨਾਸ਼ੀ ਹੈ, जो नाश रहता है, जिन्हें कभी फना नहीं होना, ख़त्म नहीं होना। ਇਹੋ ਜਿਹਾ ਵਰ ਮਿਲ ਜਾਏਗਾ ਜਿਹੜਾ ਵਰ ਉਹਨਾਂ ਦੋ ਅਸਲ ਸੱਚ ਦੀਆਂ ਸੁਹਾਗਣਾਂ ਨੂੰ ਸਦਾ ਵਾਸਤੇ ਸੁਹਾਗ ਭਾਗ ਵਾਲਾ ਬਣਾ ਲਏਗਾ। ਸਾਹਿਬ ਰਹਿਮਤ ਕਰਨ ਐਸੇ ਆਲਮੀ ਸੰਦੇਸ਼ ਸਾਡੇ ਵਿਵਾਹ ਕਾਰਜਾਂ ਨੂੰ ਸੰਪੰਨ ਕਰਨ ਵਾਸਤੇ ਪੜ੍ਹੇ ਜਾਂਦੇ, ਗਾਏ ਜਾਂਦੇ, ਅਲਾਪੇ ਜਾਂਦੇ, ਤੇ ਦੋਹਰੀ ਦੋਹਰੀ ਵਾਰੀ ਪੜ੍ਹੇ ਜਾਂਦੇ। ਇੱਕ ਵਾਰੀ ਭਾਈ ਸਾਹਿਬ ਪਾਠ ਰੂਪ ਵਿੱਚ ਪੜ੍ਹਦੇ, ਦੂਜੀ ਵਾਰੀ ਰਾਗੀ ਉਹ ਇੱਕ ਇੱਕ ਪਦੇ ਨੂੰ ਗਾਉਂਦੇ। ਉੱਥੇ ਸਮਾਂ ਜਿੱਥੇ ਬਣਦਾ ਉੱਥੇ ਵਿਆਖਿਆ ਵੀ ਹੁੰਦੀ। ਮੈਂ ਖੁਦ ਦੀ ਵਿਆਹਾਂ ਦੇ ਸ਼ਾਮਲ ਕਰਨਾ, ਜਿੱਥੇ ਉੱਥੇ ਵਿਆਖਿਆ ਕਰਦਾ ਬੜੇ ਵਿਸਥਾਰ ਦੇ ਨਾਲ ਉਸ ਰੂਪ ਦੇ ਵਿੱਚ। ਪਰ ਗੱਲ ਮੁੱਕਦੀ ਇੱਥੇ ਹੈ ਕਿ ਜੇ ਇਹਦਾ ਅਹਿਸਾਸ ਸਾਡੀ ਸੁਰਤ 'ਚ ਆ ਜਾਏ ਤੇ ਵਾਕਿਆ 'ਚ ਵਿਆਹ ਨਾ ਰਹੇਗਾ, ਵਿਆਹ ਸਾਡੇ ਜੀਵਨ ਦਾ ਸੱਚਾ ਨਿਰਵਾਹ ਹੋ ਜਾਏਗਾ। ਉਹਦੇ ਵਿੱਚੋਂ ਚੰਗੇਰੇ ਕਿਸਮ ਦਾ ਜੋ ਸਾਨੂੰ ਉਹ ਹਰ ਹਰ ਮੀਠਾ ਲਾਇਆ ਵਾਲੀ ਬਾਤ ਸਾਡੀ ਸੁਰਤ 'ਚ ਹੋ ਸਕੇਗੀ। ਸਾਜ ਉਹ ਜਿਹੜੀ ਲਿਵਿਆ ਅਨਦਿਨ ਹਰ ਲਿਵ ਲਾਗੀ ਵਾਲੀ ਬਾਤ ਬਣ ਸਕੇਗੀ, ਤੇ ਉਹ ਜਿਹੜਾ ਵਰ ਮਨ ਵਸਿਆ ਅਬਿਨਾਸ਼ੀ, ਉਹ ਵਾਲੀ ਬਾਤ ਸਾਡੇ ਜੀਵਨ ਦਾ ਰੰਗ ਸਾਨੂੰ ਪ੍ਰਾਪਤ ਕਰਵਾ ਸਕੇਗੀ। ਸਾਹਿਬ ਰਹਿਮਤ ਕਰਨ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ। ਸਮੁੱਚੇ ਵਿਵਾਹਤਾ ਜੀਵਨ ਨੂੰ ਮਾਨਣ ਵਾਲੇ ਜਿਹੜੇ ਗ੍ਰਸਤੀ ਲੋਕ, ਖਾਸ ਕਰਕੇ ਸਿੱਖ ਸਮਾਜ ਦਾ ਜੋ ਇਹ ਹਿੱਸਾ ਆ, ਉਹਨਾਂ ਵਾਸਤੇ ਮੈਂ ਦਿਲੀ ਅਰਦਾਸ ਕਰਦਾ, ਮਾਲਕ ਉਹਨਾਂ ਦੇ ਵਿਆਹ ਦੇ ਇਸ ਸੰਬੰਧ ਵਿੱਚ, ਇਸ ਰਿਸ਼ਤੇ ਦੇ ਵਿੱਚ ਮਠਾਸ ਪੜ ਕੇ ਰੱਖੇ, ਕੁੜੱਤਨ ਦੂਰ ਹੋਵੇ। ਬਾਣੀ ਦੇ ਜ਼ਰੀਏ ਬਾਣੀ ਨੂੰ ਪੁਰਖ ਬਣਾ ਕੇ ਉਹਦੀ ਲੀਡਿੰਗ ਨੂੰ ਆਪਣੇ ਜੀਵਨ ਦਾ ਉਹ ਰੰਗ ਬਣਾ ਸਕਣ ਦੀ ਵੀ ਦਿਲੀ ਅਰਦਾਸ ਆ। ਹਮੇਸ਼ਾ ਦੀ ਤਰ੍ਹਾਂ ਜੋ ਲਗਾਤਾਰ ਅਸੀਂ ਅਰਦਾਸ ਕਰ ਰਹੇ ਹਾਂ ਪ੍ਰਭਾਤ ਸਮੇਂ, ਤੇ ਸਪੈਸੀਫਿਕਲੀ ਇਸ ਰੂਪ ਵਿੱਚ ਲਿਟਰਲੀ ਤੌਰ 'ਤੇ ਵੀ ਅਰਦਾਸ ਕੀਤੀ ਕਿ ਮਾਲਕ ਉਹਨਾਂ ਮਾਈ ਭਾਈ ਕਿਰਸਾਨ ਜੋ ਉੱਥੇ ਬੈਠੇ ਨੇ, ਉਹਨਾਂ ਨੂੰ ਉਹਨਾਂ ਦੇ ਮਨੋਰਥਾਂ ਦੇ ਵਿੱਚ ਸਫਲਤਾ ਮਿਲੇ।
इन्नियां कुछ बेनतियां नाल खिमा। एक बार फिर गुरुद्वारा साहब ओपन ने, आप नतमस्तक होने लिए आना चाहो बिल्कुल आ सकते है हो। हाँ, जिहड़ियां गाइडलाइनस नूं फॉलो कीतियां जांदियां ने, पर गुरुद्वारा साहब संगत की आमद उस रूप विच हुंदी है। नतमस्तक होने वास्ते लंगर चलदा है, आप जिहड़ा आ वो अपने नाल लंगर लिजा सकते है हो। सो ये विनती है, इत्थे समाप्ति कह देना जी। वाहिगुरू जी का खालसा, वाहिगुरू जी की फतेह।